ਗੁੱਡ ਮਾਰਨਿੰਗ ਸਟੂਡੈਂਟਸ। ਜਿਵੇਂ ਕਿ ਤੁਹਾਨੂੰ ਪਤਾ ਹੀ ਆ, ਆਪਾਂ ਆਪਣੀ ਇਕਨੋਮਿਕਸ ਦਾ ਚੈਪਟਰ ਨੰਬਰ 5th ਕੰਪਲੀਟ ਕੀਤਾ, ਜਿਹਦਾ ਨਾਮ ਸੀ ਸੈਂਟਰਲ ਬੈਂਕ ਐਂਡ ਦਾ ਕਮਰਸ਼ੀਅਲ ਬੈਂਕ, ਜਿਹਨੂੰ ਕੇਂਦਰੀ ਬੈਂਕ ਅਤੇ ਵਪਾਰਿਕ ਬੈਂਕ ਦਾ ਨਾਮ ਦਿੱਤਾ ਗਿਆ ਹੈ। ਠੀਕ ਹੈ, ਇਹ ਆਪਣੀ ਆਨਲਾਈਨ ਸਟੱਡੀ ਦੇ ਅਕੋਰਡਿੰਗ 5th ਚੈਪਟਰ ਬਣ ਰਿਹਾ ਅਤੇ ਜਿਹਨੂੰ ਕਿ ਆਪਾਂ ਕੰਪਲੀਟ ਕਰ ਰਹੇ ਹਾਂ। ਹੁਣ ਆਪਾਂ ਇਹਦਾ ਇੱਕ ਵਾਰੀ ਓਵਰਵਿਊ ਕਰਦੇ ਹਾਂ ਵੀ ਇਹ ਚੈਪਟਰ ਦੇ ਵਿੱਚ ਆਪਾਂ ਕੀ ਕੰਪਲੀਟ ਕੀਤਾ, ਕਿਹੜੇ ਟੌਪਿਕਸ ਜਿਹੜੇ ਕਵਰ ਕੀਤੇ। ਠੀਕ ਹੈ, ਦੇਖੋ ਸਭ ਤੋਂ ਪਹਿਲਾਂ ਆਪਾਂ ਕੀ ਕੀਤਾ, ਮੀਨਿੰਗ ਐਂਡ ਦਾ ਡੈਫੀਨੇਸ਼ਨ ਆਫ ਸੈਂਟਰਲ ਬੈਂਕ, ਮਤਲਬ ਕੇਂਦਰੀ ਬੈਂਕ ਦਾ ਅਰਥ ਅਤੇ ਉਹਦੀ ਪਰਿਭਾਸ਼ਾ ਨੂੰ ਦੇਖਿਆ ਵੀ ਸੈਂਟਰਲ ਬੈਂਕ ਕੀ ਹੁੰਦਾ ਅਤੇ ਇਹਦੀ ਡੈਫੀਨੇਸ਼ਨ ਕੀ ਆ। ਠੀਕ ਹੈ, ਇਸ ਤੋਂ ਅੱਗੇ ਕੀ ਕੀਤਾ, ਆਪਾਂ ਫੰਕਸ਼ਨਸ ਦੇਖੇ ਸੈਂਟਰਲ ਬੈਂਕ ਦੇ, ਕੇਂਦਰੀ ਬੈਂਕ ਦੇ ਕਾਰਜ ਅਤੇ ਕੰਮ। ਆਪਾਂ ਦੇਖੋ ਇਹਦੇ ਵਿੱਚ ਪੜ੍ਹਿਆ ਕਿ ਸੈਂਟਰਲ ਬੈਂਕ ਦੇ ਦੁਆਰਾ ਕਿਹੜੇ ਜਿਹੜੇ ਫੰਕਸ਼ਨਸ ਆ, ਕੰਮ ਆ ਕੀਤੇ ਜਾਂਦੇ ਆ। ਉਹਦੇ ਵਿੱਚ ਫਸਟ ਸੀ ਮੋਨੋਪੋਲੀ ਆਫ ਨੋਟ ਇਸ਼ੂ ਐਜ਼ ਆ ਬੈਂਕਰ ਏਜੰਟ ਐਂਡ ਐਡਵਾਈਜ਼ਰ ਟੂ ਦਾ ਬੈਂਕਰਸ ਬੈਂਕ। ਠੀਕ ਹੈ, ਇਸ ਤੋਂ ਅੱਗੇ ਹੈਗਾ ਸੁਪਰਵਾਈਜ਼ਰ ਆਫ ਬੈਂਕਿੰਗ ਸਿਸਟਮ, ਲੈਂਡਰ ਆਫ ਦਾ ਲਾਸਟ ਰਿਸੋਰਸ, ਕਸਟੇਡੀਅਨ ਆਫ ਫੋਰਨ ਐਕਸਚੇਂਜ ਰਿਜ਼ਰਵਸ, ਕ੍ਰੈਡਿਟ ਕੰਟਰੋਲ, clearing house function, promoter of economic development, collection of data, special functions of central bank in ਡਿਵੈਲਪਿੰਗ ਕੰਟਰੀਜ਼ ਐਂਡ ਮਿਸਸੈਲੂਐਂਸ ਫੰਕਸ਼ਨਸ। ਠੀਕ ਹੈ, ਇਹ ਕੰਪਲੀਟ ਕਰਨ ਤੋਂ ਬਾਅਦ ਆਪਾਂ ਕੀ ਸਟਾਰਟ ਕੀਤਾ, ਜੋ ਕਿ ਸੀ ਅਗਲਾ ਇਹਦਾ ਟੌਪਿਕ ਸੈਂਟਰਲ ਬੈਂਕ ਐਂਡ ਕ੍ਰੈਡਿਟ ਕੰਟਰੋਲ, ਜਾਂ ਫਿਰ ਇਹਨੂੰ ਕੀ ਕਿਹਾ ਜਾਂਦਾ, ਮੈਥਡਸ ਆਫ ਕ੍ਰੈਡਿਟ ਕੰਟਰੋਲ। ਠੀਕ ਹੈ, ਕੇਂਦਰੀ ਬੈਂਕ ਅਤੇ ਸਾਖ ਨਿਯੰਤਰਣ ਜਾਂ ਸਾਖ ਨਿਯੰਤਰਣ ਦੀਆਂ ਵਿਧੀਆਂ ਕੀਤੀਆਂ। ਆਪਾਂ ਨੂੰ ਪਤਾ ਵੀ ਮੈਥਡਸ ਆਫ ਕ੍ਰੈਡਿਟ ਕ੍ਰੀਏਸ਼ਨ ਨੂੰ ਜਾਂ ਫਿਰ ਇਹਦੀਆਂ ਵਿਧੀਆਂ ਕਹਿ ਸਕਦੇ ਹਾਂ ਮੈਥਡਸ ਨੂੰ, ਵੀ ਸਾਖ ਨਿਯੰਤਰਣ ਦੀਆਂ ਕਿਹੜੀਆਂ ਵਿਧੀਆਂ ਆਪਾਂ ਨੂੰ ਪਤਾ। ਆਪਾਂ ਇਹਨੂੰ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ। ਫਸਟ ਕੀ ਆ, ਕੁਆਂਟੀਟੇਟਿਵ ਮੈਥਡ, ਅਤੇ ਸੈਕਿੰਡ ਹੈਗਾ ਕੁਆਲੀਟੇਟਿਵ ਮੈਥਡ, ਜਿਹਨੂੰ ਮਾਤਰਾਤਮਕ ਵਿਧੀ ਅਤੇ ਗੁਣਾਤਮਕ ਮੈਥਡ ਜਾਂ ਫਿਰ ਵਿਧੀ ਵੀ ਕਿਹਾ ਜਾਂਦਾ। ਠੀਕ ਹੈ, ਹੁਣ ਦੇਖੋ ਜਿਹੜੇ ਕੁਆਲੀਟੇਟਿਵ ਮੈਥਡਸ ਆ ਉਹਦੇ ਵਿੱਚ ਆਪਾਂ ਪੜ੍ਹਿਆ ਬੈਂਕ ਰੇਟ ਕੀ ਹੁੰਦਾ, ਓਪਨ ਮਾਰਕੀਟ ਓਪਰੇਸ਼ਨ ਕੀ ਆ। ਠੀਕ ਹੈ, ਮਿਨੀਮਮ ਰਿਜ਼ਰਵ ਰੇਸ਼ੋ ਵਿੱਚ CRR ਪੜ੍ਹਿਆ ਆਪਾਂ। ਠੀਕ ਹੈ, ਲਿਕੁਇਡਿਟੀ ਰੇਸ਼ੋ ਦੇ ਵਿੱਚ SLR ਪੜ੍ਹਿਆ। ਠੀਕ ਹੈ, ਇਸ ਤੋਂ ਅੱਗੇ ਆਪਾਂ ਕੀਤੇ ਵੀ ਕੁਆਲੀਟੇਟਿਵ ਮੈਥਡਸ ਕਿਹੜੇ ਆ। ਉਹਦੇ ਵਿੱਚ ਕੀ ਆ, ਚੇਂਜ ਇਨ ਮਾਰਜਿਨ ਰਿਕੁਆਇਰਮੈਂਟਸ ਕੀਤਾ, ਰਾਸ਼ਨਿੰਗ ਆਫ ਕ੍ਰੈਡਿਟ, ਰੈਗੂਲੇਸ਼ਨ ਆਫ ਕੰਜ਼ਿਊਮਰ ਕ੍ਰੈਡਿਟ, ਡਾਇਰੈਕਟ ਐਕਸ਼ਨ, ਨੋਰਮਲਾਈਜੇਸ਼ਨ ਐਂਡ ਦਾ ਪਬਲਿਸਿਟੀ। ਠੀਕ ਹੈ, ਇਹਦੇ ਨਾਲ ਹੀ ਕੀ ਆ, ਜਿਹੜੇ ਆਪਣੇ ਮੈਥਡਸ ਪੂਰੀ ਤਰ੍ਹਾਂ ਦੇ ਨਾਲ ਕੰਪਲੀਟ ਹੋ ਗਏ। ਇਹ ਸਾਰੇ ਮੈਥਡਸ ਕੰਪਲੀਟ ਕਰਨ ਤੋਂ ਬਾਅਦ ਆਪਾਂ ਸਟਾਰਟ ਕੀਤਾ ਕਿ ਕਮਰਸ਼ੀਅਲ ਬੈਂਕਸ ਕੀ ਹੁੰਦੇ ਨੇ, ਉਹਦਾ ਮੀਨਿੰਗ ਅਤੇ ਡੈਫੀਨੇਸ਼ਨ ਦੇਖੀ। ਕਮਰਸ਼ੀਅਲ ਬੈਂਕ ਨੂੰ ਪੰਜਾਬੀ ਦੇ ਵਿੱਚ ਵਪਾਰਿਕ ਬੈਂਕ ਕਿਹਾ ਜਾਂਦਾ, ਇਹਦਾ ਅਰਥ ਦੇਖਿਆ ਅਤੇ ਇਹਦੀ ਪਰਿਭਾਸ਼ਾ ਵੀ ਕਿਹਨੂੰ ਕਹਿੰਦੇ ਆ, ਵਪਾਰਿਕ ਬੈਂਕ ਜਾਂ ਕਮਰਸ਼ੀਅਲ ਬੈਂਕ। ਠੀਕ ਹੈ, ਇਸ ਤੋਂ ਬਾਅਦ ਆਪਾਂ ਕਮਰਸ਼ੀਅਲ ਬੈਂਕ ਦੇ ਕੀ ਆ ਫੰਕਸ਼ਨਸ ਨੂੰ ਡਿਸਕਸ ਕੀਤਾ। ਬੈਂਕਾਂ ਦੇ ਕਾਰਜ ਕੀ ਆ, ਵਪਾਰਿਕ ਬੈਂਕਾਂ ਦੇ ਕਾਰਜ ਆ, ਇਹਨੂੰ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ। ਆਪਾਂ ਨੂੰ ਪਤਾ ਪਹਿਲੇ ਹੈਗੇ ਆ ਪ੍ਰਾਇਮਰੀ ਫੰਕਸ਼ਨਸ ਅਤੇ ਸੈਕਿੰਡ ਹੈਗੇ ਆ ਸੈਕੰਡਰੀ ਫੰਕਸ਼ਨਸ। ਠੀਕ ਹੈ, ਜਿਹਨੂੰ ਮੁੱਢਲੇ ਕਾਰਜ ਅਤੇ ਗੌਣ ਕਾਰਜ ਵੀ ਕਿਹਾ ਜਾਂਦਾ। ਇਸ ਤੋਂ ਅੱਗੇ ਜਿਹੜੇ ਪ੍ਰਾਇਮਰੀ ਫੰਕਸ਼ਨ ਦੇ ਵਿੱਚ ਕਿਹੜੇ ਕੰਮ ਜਿਹੜੇ ਕਮਰਸ਼ੀਅਲ ਬੈਂਕ ਦੁਆਰਾ ਕੀਤੇ ਜਾਂਦੇ, ਉਹ ਹੈਗੇ ਅਸੈਪਟਿੰਗ ਡਿਪੋਜ਼ਿਟ, ਜਮ੍ਹਾਂ ਸਵੀਕਾਰ ਕਰਨਾ, ਐਡਵਾਂਸਿੰਗ ਲੋਨ, ਕਰਜ਼ੇ ਦੇਣਾ। ਠੀਕ ਹੈ, ਇਹਨਾਂ ਨੂੰ ਪੜ੍ਹਿਆ। ਅਤੇ ਸੈਕੰਡਰੀ ਫੰਕਸ਼ਨ ਦੇ ਵਿੱਚ ਪੜ੍ਹਿਆ ਏਜੰਸੀ ਫੰਕਸ਼ਨਸ, ਜਨਰਲ ਯੂਟਿਲਿਟੀ ਫੰਕਸ਼ਨਸ, ਲੈਟਰ ਆਫ ਕ੍ਰੈਡਿਟ, ਇਨਫੋਰਮੇਸ਼ਨ ਅਬਾਊਟ ਦਾ ਬਿਜ਼ਨਸ ਐਂਡ ਦਾ ਕਲੈਕਸ਼ਨ ਆਫ ਸਟੈਟਿਸਟਿਕ, ਇਹ ਪੜ੍ਹਿਆ। ਠੀਕ ਹੈ, ਇਹ ਕੰਪਲੀਟ ਕਰਨ ਤੋਂ ਬਾਅਦ ਆਪਾਂ ਦੇਖਿਆ ਕਿ ਵਟ ਇਜ਼ ਦ ਡਿਫਰੈਂਸ ਬਿਟਵੀਨ ਦਾ ਸੈਂਟਰਲ ਬੈਂਕ ਐਂਡ ਦਾ ਕਮਰਸ਼ੀਅਲ ਬੈਂਕ। ਠੀਕ ਹੈ, ਇਹਦੇ ਡਿਫਰੈਂਸ ਨੂੰ ਕੀ ਆ ਕੰਪਲੀਟ ਕੀਤਾ, ਕਿਹਦੇ, ਵਪਾਰਿਕ ਬੈਂਕ ਅਤੇ ਕੇਂਦਰੀ ਬੈਂਕ ਦੇ। ਇਸ ਤੋਂ ਅੱਗੇ ਆਪਾਂ ਕੀ ਸਟਾਰਟ ਕੀਤਾ, ਕ੍ਰੈਡਿਟ ਕ੍ਰੀਏਸ਼ਨ, ਮਤਲਬ ਉਧਾਰ ਸਿਰਜਣਾ, ਜਿਹਨੂੰ ਡਿਪੋਜ਼ਿਟ ਮਲਟੀਪਲਾਇਰ ਵੀ ਕਿਹਾ ਜਾਂਦਾ। ਫਿਰ ਇਹਦੇ ਮੈਥਡਸ ਨੂੰ ਕੰਪਲੀਟ ਕੀਤਾ। ਠੀਕ ਹੈ, ਪਹਿਲਾਂ ਇਹਦਾ ਮੀਨਿੰਗ ਦੇਖਿਆ ਵੀ ਕ੍ਰੈਡਿਟ ਕ੍ਰੀਏਸ਼ਨ ਕੀ ਹੁੰਦਾ। ਫਿਰ ਇਹਦੇ ਮੈਥਡਸ ਨੇ ਦੇਖਿਆ, ਮੈਥਡ ਦੇ ਵਿੱਚ ਆਪਾਂ ਇਹਦੀ ਇੱਕ ਕਾਲਪਨਿਕ ਉਦਾਹਰਨ ਕੀਤੀ, ਜਿਹਨੂੰ ਐਗਜ਼ਾਮਪਲ ਦੇ ਨਾਲ ਆਪਾਂ ਕੀ ਆ ਸੋਲਵ ਕੀਤਾ ਸੀ। ਠੀਕ ਹੈ, ਇਸ ਤੋਂ ਬਾਅਦ ਆਪਾਂ ਕੀ ਪੜ੍ਹਿਆ, ਬੇਸਿਕ ਕਨਸੈਪਟ ਆਫ ਕ੍ਰੈਡਿਟ ਕ੍ਰੀਏਸ਼ਨ। ਇਹ ਸਾਰੇ ਟੌਪਿਕਸ ਕਿਹਦੇ ਨਾਲ ਰਿਲੇਟ ਕਰਦੇ ਆ, ਕ੍ਰੈਡਿਟ ਕ੍ਰੀਏਸ਼ਨ ਦੇ ਨਾਲ। ਸੋ ਪਹਿਲਾਂ ਆਪਾਂ ਕ੍ਰੈਡਿਟ ਕ੍ਰੀਏਸ਼ਨ ਦਾ ਮੀਨਿੰਗ ਦੇਖਿਆ। ਠੀਕ ਹੈ, ਫਿਰ ਮੈਥਡ ਦੇਖਿਆ, ਉਹਦੇ ਵਿੱਚ ਐਗਜ਼ਾਮਪਲ ਪੜ੍ਹੀ, ਫਿਰ ਬੇਸਿਕ ਕਨਸੈਪਟ ਦੇਖੇ ਜਿਹਨੂੰ ਮੂਲ ਧਾਰਨਾ ਕਿਹਾ ਜਾਂਦਾ, ਅਤੇ ਲਾਸਟ ਦੇ ਵਿੱਚ ਕੀ ਕੀਤਾ,
ਲਿਮਿਟੇਸ਼ਨ ਸਮਾਵਾਂ ਪੜ੍ਹੀਆਂ। ਇਸ ਤੋਂ ਅੱਗੇ ਕੀ ਆ, ਅੱਗੇ ਆਪਾਂ ਇੱਕ ਟੌਪਿਕ ਕੀਤਾ ਰੋਲ ਆਫ ਬੈਂਕਸ ਇਨ ਦਾ ਇਕਨੋਮਿਕ ਡਿਵੈਲਪਮੈਂਟ, ਵੀ ਆਪਣੇ ਜਿਹੜੇ ਕਮਰਸ਼ੀਅਲ ਬੈਂਕ ਆ ਉਹਨਾਂ ਦਾ ਕੀ ਰੋਲ ਆ ਇਕਨੋਮਿਕ ਡਿਵੈਲਪਮੈਂਟ ਕਰਨ ਦੇ ਵਿੱਚ। ਇਸ ਤੋਂ ਅੱਗੇ ਬੈਲੈਂਸ ਸ਼ੀਟ ਆਫ ਆ ਕਮਰਸ਼ੀਅਲ ਬੈਂਕ, ਇਹਨੂੰ ਕੀਤਾ ਕੰਪਲੀਟ ਆਪਾਂ। ਅਤੇ ਲਾਸਟ ਦੇ ਵਿੱਚ ਆਪਾਂ ਜੋ ਟੌਪਿਕ ਕੰਪਲੀਟ ਕੀਤਾ ਉਹ ਹੈਗਾ ਕਮਰਸ਼ੀਅਲ ਬੈਂਕਿੰਗ ਇਨ ਇੰਡੀਆ, ਜਿਹਦੇ ਵਿੱਚ ਆਪਾਂ ਸਟਰਕਚਰ ਵੀ ਦੇਖਿਆ ਕਮਰਸ਼ੀਅਲ ਬੈਂਕਸ ਦਾ। ਸੋ ਇਹ ਸਾਰੇ ਟੌਪਿਕ ਸੀਗੇ ਜੋ ਆਪਾਂ ਕੀ ਆ ਚੈਪਟਰ ਨੰਬਰ 5 ਦੇ ਕਮਰਸ਼ੀਅਲ ਬੈਂਕ ਅਤੇ ਸੈਂਟਰਲ ਬੈਂਕਿੰਗ ਦੇ ਕੀ ਆ ਕੰਪਲੀਟ ਕੀਤੇ। ਸੋ ਇਹਦੇ ਨਾਲ ਕੀ ਆਪਣਾ ਚੈਪਟਰ ਪੂਰੀ ਤਰ੍ਹਾਂ ਦੇ ਨਾਲ ਫਿਨਿਸ਼ ਹੋ ਗਿਆ। ਜੇ ਇਹਨਾਂ ਟੌਪਿਕਸ ਦੇ ਵਿੱਚ ਕੋਈ ਵੀ ਡਾਊਟ ਆ ਤੁਸੀਂ ਮੈਨੂੰ ਕਿਸੇ ਵੀ ਟਾਈਮ ਪੁੱਛ ਸਕਦੇ ਹੋ। ਥੈਂਕ ਯੂ ਸਟੂਡੈਂਟਸ।